ਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਿਤਾ ਪ੍ਰਤੀ ਕਰਮ ਅਨੁਸਾਰ ਪਰਮੇਸ਼ਰ ਦੇ ਚਰਨਾਂ ਵਿਖੇ ਆਪੋ ਆਪਣੀਆਂ ਹਾਜ਼ਰੀਆਂ ਭਰਦੇ ਹਾਂ। ਤਾਂ ਕਿ ਜੀਵਨ ਦਾ ਜਿਹੜਾ ਮੇਨ ਮਨੋਰਥ ਲਕਸ਼ ਹੈ ਪਰਮਾਤਮਾ, ਉਸ ਦੀ ਪ੍ਰਾਪਤੀ ਹੋ ਜਾਵੇ। ਮਨੁੱਖ ਦਾ ਨਿੱਤ ਦਾ ਉਦਮ ਉਪਰਾਲਾ ਇਸ ਵਾਸਤੇ ਹੈ ਕਿ ਨਿੱਤ ਦੀ ਆਦਤ ਬਣ ਜਾਵੇ, ਸੁਭਾਅ ਬਣ ਜਾਵੇ ਪਰਮੇਸ਼ਰ ਦੇ ਨਾਮ ਸਿਮਰਨ ਬੰਦਗੀ ਕਰਨ ਦਾ। ਜਿਹੜੀ ਮਨੁੱਖ ਦੀ ਆਦਤ ਹੈ, ਆਦਤ ਤੋਂ ਬਹੁਤ ਸਾਰੇ ਮਨੁੱਖ ਨੇ ਜਿਹੜੇ ਉਹ ਮਜਬੂਰ ਹੋ ਜਾਂਦੇ ਹਨ। ਵਾਰੀ ਵਾਰੀ ਨਿੱਤ ਪਰਮੇਸ਼ਰ ਦੇ ਚਰਨਾਂ ਵਿੱਚ ਆਉਣਾ। ਇੱਕ ਦਿਨ ਪਰਮਾਤਮਾ ਐਸਾ ਖੇਲ ਰਚੇ ਕਿ ਇਹ ਦੇਹੀ ਪਰਮਾਤਮਾ ਦਾ ਰੂਪ ਹੀ ਬਣ ਜਾਵੇ। ਜਿੱਥੇ ਦੇਹੀ ਦੀ ਪਰਮਾਤਮਾ ਨੇ ਅੰਦਰ ਸੁੰਦਰ ਸੋਹਣੇ ਸਰੀਰ ਦੀ ਘਾੜਤ ਘੜੀ ਹੈ, ਇਤਨਾ ਸੁੰਦਰ ਅਤੇ ਵਧੀਆ ਸਰੀਰ ਪਰਮਾਤਮਾ ਨੇ ਬਣਾਇਆ ਹੈ, ਤਾਂ ਪਰਮਾਤਮਾ ਵੀ ਇਸ ਸਰੀਰ ਦੇ ਅੰਦਰ ਖੁਦ ਹੀ ਆਪ ਸਮਾ ਕੇ ਬੈਠ ਗਿਆ ਹੈ। ਤਾਂ ਮਨੁੱਖ ਨੇ ਆਪਣੇ ਆਪ 'ਤੇ ਯਕੀਨ ਰੱਖਦੇ ਹੋਏ ਇਹ ਆਪਣੀ ਆਦਤ ਬਣਾ ਰਹੇ ਹਾਂ, ਸੁਭਾਅ ਬਣਾ ਰਹੇ ਹਾਂ ਕਿ ਪਰਮੇਸ਼ਰ ਦੇ ਨਾਮ ਜਪਣ ਦਾ ਸੁਭਾਅ ਬਣ ਜੇ, ਆਦਤ ਪੱਕ ਜਾਵੇ। ਜਿਨ੍ਹਾਂ ਦੀ ਆਦਤ ਬਣ ਗਈ ਹੈ, ਉਹ ਮਨੁੱਖ ਹਰ ਹੀਲੇ ਪਰਮਾਤਮਾ ਦੀ ਸਿਮਰਨ ਬੰਦਗੀ ਦੇ ਵਿੱਚ ਜੁੜੇਗਾ। ਉਹਨੂੰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ। ਗੁਰਮੁਖ ਦੇ ਅਰਥ ਨੇ ਜਿਹੜਾ ਮਨੁੱਖ ਗੁਰੂ ਦੇ ਵੱਲ ਆਪਣਾ ਮੁੱਖ ਕਰਕੇ ਚੱਲਦਾ, ਉਸ ਨੂੰ ਗੁਰਮੁਖ ਕਹਿੰਦੇ ਹਨ। ਮਨਮੁਖ ਉਹ ਨੇ ਜਿਹੜੇ ਆਪਣੇ ਮਨ ਦੇ ਆਖੇ ਲੱਗ ਕੇ ਸਾਰਾ ਕੁਛ ਕਰਦੇ ਰਹਿੰਦੇ ਹਨ। ਮਨ ਦੀ ਜਿਹੜੀ ਵਿਚਾਰਧਾਰਾ ਹੈ ਬੰਦੇ ਦੀ, ਇਹ ਵਿਚਾਰਧਾਰਾ ਬਹੁਤੇ ਮਨੁੱਖ ਦੀ ਪੱਕ ਜਾਂਦੀ ਹੈ। ਜਿਸ ਤਰ੍ਹਾਂ ਗੁਰਮੁਖ ਅਤੇ ਮਨਮੁਖ ਦੇ ਅਰਥ ਨੇ, ਮੂਰਖ ਬੰਦੇ ਦੀ ਜਿਹੜੀ ਮਾੜੀ ਵਿਚਾਰਧਾਰਾ ਹੈ ਉਹ ਵੀ ਪੱਕ ਜਾਂਦੀ ਹੈ। ਗੁਰੂ ਨਾਨਕ ਮਹਾਰਾਜ ਜੀ ਜਪਜੀ ਸਾਹਿਬ ਦੇ ਵਿੱਚ ਅਸੰਖ ਮੂਰਖ ਅੰਧ ਘੋਰ ਦੀ ਗੱਲ ਕਰਦੇ ਨੇ। ਮੂਰਖ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਮਨੁੱਖ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦਾ, ਕੇਵਲ ਆਪਣਾ ਮੂੰਹ ਰੱਖ ਕੇ ਬੋਲ ਦਿੰਦਾ ਹੈ। ਦਿਮਾਗ ਦੀ ਵਰਤੋਂ ਨਹੀਂ ਕੀਤੀ, ਕੇਵਲ ਮੂੰਹ ਦੇ ਨਾਲ ਬੋਲ ਦਿੱਤਾ ਹੈ, ਇਹਨੂੰ ਕਹਿੰਦੇ ਨੇ ਮੂਰਖ। ਮੂਰਖ
ਮੂਰਖ ਵੀ ਕਈ ਪ੍ਰਕਾਰ ਦੇ ਹੁੰਦੇ ਨੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿਹੜਾ ਬੰਦਾ ਦਿਮਾਗ ਦੀ ਵਰਤੋਂ ਕਰ ਸਕਦਾ ਹੈ, ਵਰਤੋਂ ਨਹੀਂ ਕਰਦਾ, ਕੇਵਲ ਬੋਲੀ ਜਾਂਦਾ ਹੈ, ਬੋਲੀ ਜਾਂਦਾ ਹੈ, ਬੋਲੀ ਜਾਂਦਾ ਹੈ, ਇਕੱਲਾ ਉਹੀ ਮੂਰਖ ਨਹੀਂ ਹੈ। ਉਹ ਇਕੱਲਾ ਨਹੀਂ ਹੈ। ਮੂਰਖ ਉਹ ਵੀ ਨੇ ਜਿਹੜੇ ਮਨੁੱਖ ਬੋਲਣ ਦੀ ਬਜਾਏ ਚੁੱਪ ਕਰ ਜਾਂਦੇ ਨੇ। ਬੋਲੇ ਕੁਛ ਨਹੀਂ। ਜੇ ਉਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਸੱਚ ਬੋਲਣਾ ਸੀ ਪਰ ਤੁਸੀਂ ਬੋਲੇ ਨਹੀਂ, ਕਾਰਨ ਕੀ ਹੈ? ਕਿ ਜਿੱਥੇ ਤੁਸੀਂ ਨਹੀਂ ਬੋਲਣਾ ਸੀ ਉੱਥੇ ਤੇ ਬੋਲ ਰਹੇ ਹੋ, ਜਿੱਥੇ ਬੋਲਣਾ ਸੀ ਉੱਥੇ ਤੁਸੀਂ ਚੁੱਪ ਕਰ ਗਏ, ਕਾਰਨ ਕੀ ਹੈ? ਤਾਂ ਉਹ ਕਹਿ ਦਿੰਦੇ ਨੇ ਕਿ ਜਿਹੜਾ ਬੰਦਾ ਮੇਰੇ ਸਾਹਮਣੇ ਖੜ੍ਹਾ ਸੀ, ਮੈਂ ਉਹਦਾ ਮੂੰਹ ਰੱਖਣ ਦਾ ਮਾਰਾ ਚੁੱਪ ਕਰ ਗਿਆ। ਆਪਣਾ ਮੂੰਹ ਰੱਖ ਕੇ ਜਿਹੜਾ ਕੇਵਲ ਬੋਲਦਾ ਹੈ ਉਹ ਵੀ ਮੂਰਖ ਹੈ। ਪਰ ਜਿਹੜਾ ਕਿਸੇ ਦਾ ਮੂੰਹ ਰੱਖਣ ਦਾ ਮਾਰਾ ਆਪ ਚੁੱਪ ਕਰ ਰਿਹਾ, ਇਹ ਵੀ ਉਸ ਤੋਂ ਵੱਡਾ ਮਹਾਮੂਰਖ ਹੈ। ਇਸ ਨੂੰ ਗੁਰੂ ਨਾਨਕ ਮਹਾਰਾਜ ਇੰਝ ਬਿਆਨ ਕਰਦੇ ਨੇ, ਅਸੰਖ ਮੂਰਖ ਅੰਧ ਘੋਰ। ਅੰਧ ਘੋਰ, ਅੰਧਾ ਬਿਲਕੁਲ। ਜਿਹੜੇ ਮੂਰਖ ਨੂੰ ਆਪਣੇ ਹੱਥ ਵੀ ਦਿਖਾਈ ਨਹੀਂ ਦਿੰਦੇ, ਇਤਨੀ ਮੂਰਖਤਾ ਇਹਦੇ ਦਿਮਾਗ ਦੇ ਵਿੱਚ ਭਰੀ ਗਈ ਹੈ, ਇਹਨੂੰ ਅੰਧ ਘੋਰ, ਅੰਧਾ ਮੂਰਖ ਕਹਿੰਦੇ ਨੇ। ਇੱਕ ਮੂਰਖ ਉਹ ਨੇ ਜਿਹੜਾ ਕੇਵਲ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦੇ, ਕੇਵਲ ਬੋਲਦੇ ਨੇ, ਜੋ ਮੂੰਹ ਵਿੱਚ ਆਇਆ ਬੋਲ ਦਿੱਤਾ। ਇੱਕ ਉਹ ਮੂਰਖ ਨੇ ਜਿਹੜੇ ਮਨੁੱਖ ਚੁੱਪ ਕਰ ਜਾਂਦੇ ਨੇ, ਬੋਲਦੇ ਨਹੀਂ ਹੈ, ਉਹ ਵੀ ਮੂਰਖ ਨੇ। ਐਸੇ ਮੂਰਖਾਂ ਦੇ ਨਾਲ ਤਮਾਮ ਇਹ ਸਾਰੀ ਦੀ ਸਾਰੀ ਦੁਨੀਆ ਵੱਡੀ ਤਾਦਾਦ ਦੇ ਵਿੱਚ ਭਰੀ ਪਈ ਹੈ। ਬਹੁਤੇ ਤਾਂ ਆਪਣਾ ਬੋਲ ਕੇ ਮੂਰਖਤਾ ਪ੍ਰਗਟ ਕਰ ਦਿੰਦੇ ਨੇ, ਬਹੁਤੇ ਚੁੱਪ ਰਹਿ ਕੇ ਮੂਰਖਤਾ ਪ੍ਰਗਟ ਕਰ ਦਿੰਦੇ ਨੇ। ਬਿਨਾਂ ਦਿਮਾਗ ਤੋਂ ਸੋਚੇ ਸਮਝੇ ਤੋਂ ਕਿਸੇ ਨੇ ਬੋਲਣਾ ਮੂਰਖਤਾ ਹੀ ਹੈ। ਜਿੱਥੇ ਬੋਲਣਾ ਕਿਸੇ ਦੇ ਮੂੰਹ ਨੂੰ ਮੁੱਖ ਰੱਖ ਕੇ ਉੱਥੇ ਚੁੱਪ ਰਹਿ ਜਾਣਾ, ਇਹ ਵੀ ਇੱਕ ਮੂਰਖਤਾ ਹੀ ਹੈ। ਦੋਨੇ ਹੀ ਮੂਰਖ ਨੇ, ਇੱਕ ਬੋਲਣ ਵਾਲਾ, ਇੱਕ ਚੁੱਪ ਰਹਿਣ ਵਾਲਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਇਹ ਦੋਨੇ ਹੀ ਮੂਰਖ ਨੇ। ਮੂਰਖ ਆਪਣਾ ਮੂੰਹ ਰੱਖ ਲਿਆ ਦੂਸਰੇ ਦਾ, ਮੂਰਖ ਮੂੰਹ ਦੇ ਨਾਲ ਖਾਈ ਗਿਆ। ਖਾਣਾ ਕੀ ਹੈ, ਕਿਹੜੇ ਟਾਈਮ ਖਾਣਾ ਹੈ, ਕਦੋਂ ਖਾਣਾ ਹੈ, ਕੀ ਖਾਣਾ ਹੈ, ਕੀ ਪੀਣਾ ਹੈ, ਇਸ ਨੂੰ ਕੁਛ ਵੀ ਨਹੀਂ ਪਤਾ, ਜੋ ਆਈ ਗਿਆ ਖਾਈ ਗਿਆ, ਬਸ ਮੂਰਖ। ਕੇਵਲ ਤੇ ਕੇਵਲ ਆਪਣੀ ਰਸਨਾ ਦੇ ਸਵਾਦ ਵਾਸਤੇ ਤਮਾਮ ਦੁਨੀਆ ਦੇ ਪਦਾਰਥਾਂ ਨੂੰ ਖਾਈ ਜਾਣਾ ਮੂਰਖਤਾਈ ਹੈ, ਹੋਰ ਕੁਛ ਵੀ ਨਹੀਂ ਹੈ। ਡਾਕਟਰ ਵੈਦ ਹਕੀਮ ਜਦ ਕਿਸੇ ਨੂੰ ਕੋਈ ਵੱਡੀ ਬਿਮਾਰੀ ਲੱਗ ਜਾਂਦੀ ਹੈ, ਉਹਨੂੰ ਕਹਿ ਦਿੰਦੇ ਕਿ ਤੂੰ ਇਹ ਖਾਣਾ ਨਹੀਂ ਖਾਣਾ। ਤਾਂ ਖਾਣਾ ਕਿੱਥੋਂ ਦੀ ਖਾ ਰਿਹਾ? ਮੂੰਹ ਰਾਹੀਂ। ਤਾਂ ਮੂੰਹ ਇਸ ਦੇ ਅਸ ਰਸਨਾ ਦੇ ਸਵਾਦ ਦਾ ਮਾਰਾ ਇਹ ਤਮਾਮ ਦੁਨੀਆ ਤੋਂ ਜ਼ਹਿਰ ਇਕੱਠੀ ਕਰਕੇ ਮੂੰਹ ਦੇ ਰਾਹੀਂ ਆਪਣੇ ਅੰਦਰ ਲਿਜਾਂਦਾ ਰਹਿੰਦਾ, ਜਿਸ ਤੋਂ ਕਰੋੜਾਂ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ। ਤਾਂ ਡਾਕਟਰ ਵੈਦ ਹਕੀਮ ਵੱਡਾ ਰੋਗ ਕੱਟਣ ਵਾਸਤੇ ਕਹਿ ਦਿੰਦੇ ਨੇ ਕਿ ਤੂੰ ਇਹ ਇੰਨੇ ਪਦਾਰਥ ਨਹੀਂ ਖਾਣੇ। ਅਗਰਵਾਈਜ਼ ਜੇ ਤੂੰ ਖਾਵੇਂਗਾ ਤੇ ਤੇਰਾ ਇਸ ਬਿਮਾਰੀ ਦਾ ਇਲਾਜ ਨਹੀਂ ਹੋਵੇਗਾ। ਇਹ ਵੀ ਮੂਰਖ ਨੇ, ਖਾਈ ਜਾਣਾ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਤਮਾਮ ਦੁਨੀਆ ਭਰੀ ਪਈ ਹੈ ਅਸੰਖ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਐਸੇ ਮੂਰਖਾਂ ਦੇ ਨਾਲ। ਤਾਂ ਮੂਰਖ ਕਹਿੰਦੇ ਨੇ ਜਿਹੜਾ ਆਪਣਾ ਮੂੰਹ ਰੱਖੇ, ਅਗਾਹਾਂ ਵਾਲੇ ਦਾ ਮੂੰਹ ਰੱਖੇ, ਮੂਰਖ। ਇਹੋ ਜਿਹੇ ਮੂਰਖ ਬੰਦਿਆਂ ਦੀ ਜਦ ਆਦਤ ਬਣ ਜਾਂਦੀ ਹੈ ਮੂਰਖਤਾਈ ਦੀ, ਤਾਂ ਫਿਰ ਉਹ ਆਪਣੀ ਮੂਰਖਤਾ ਨੂੰ ਛੱਡਦੇ ਨਹੀਂ ਹੈ। ਉਹ ਆਪਣੀ ਮੂਰਖਤਾ ਨੂੰ ਛੱਡਣਗੇ ਨਹੀਂ, ਭਾਵੇਂ ਉਹ ਮਾਨਸ ਸਰੋਵਰ ਦੇ ਕੰਢੇ ਵੀ ਕਿਉਂ ਨਾ ਬੈਠੇ ਹੋਣ।
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦਾ ਭਰਮਣ ਕਰਦੇ ਇੱਕ ਸਰੋਵਰ ਦੇ ਕੋਲ ਬੈਠੇ ਨੇ, ਨਾਲ ਭਾਈ ਮਰਦਾਨਾ। ਉਹ ਸਰੋਵਰ ਦੇ ਵਿੱਚ ਪਾਣੀ ਦੇ ਵਿੱਚ ਕਾਈ ਹੈ। ਕਾਈ ਦੇ ਵਿੱਚ ਛੋਟੇ ਮੋਟੇ ਕੀੜੇ ਮਕੌੜੇ ਫਸੇ ਹੋਏ ਨੇ। ਡੱਡੂ ਪਾਣੀ ਦੇ ਵਿੱਚੋਂ ਨਿਕਲਦਾ ਹੈ, ਕਾਈ ਨੂੰ ਵੀ ਖਾਂਦਾ ਹੈ, ਉਹਦੇ ਵਿੱਚ ਫਸੇ ਹੋਏ ਕੀੜੇ ਮਕੌੜਿਆਂ ਨੂੰ ਵੀ ਖਾ ਰਿਹਾ ਹੈ। ਜਦੋਂ ਖਾ ਰਿਹਾ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸ ਡੱਡੂ ਦੀ ਪਰਥਾਏ ਉਸ ਨੂੰ ਕਹਿੰਦੇ ਹਨ, ਦਾਦਰ ਤੂੰ ਕਵਹਿ ਨਾ ਜਾਣ ਸਰੇ। ਇੱਕ ਫੁੱਲ ਖਿਲਿਆ ਸਰੋਵਰ ਦੇ ਵਿੱਚ, ਉਸ ਦੇ ਵਿੱਚ ਭੌਰਾ ਆਇਆ ਦੂਰ ਤੋਂ, ਸੁਗੰਧੀ ਲੈ ਕੇ ਚਲਿਆ ਗਿਆ। ਮਾਨ ਸਰੋਵਰ ਦੇ ਵਿੱਚ ਡੱਡੂ ਵੀ ਰਹਿ ਰਿਹਾ, ਉਹ ਤੇ ਵਿੱਚ ਰਹਿ ਰਿਹਾ ਹੈ। ਭੌਰਾ ਆਇਆ ਸੀ ਦੂਰੋਂ ਚੱਲ ਕੇ, ਸੁਗੰਧੀ ਲੈ ਕੇ ਚਲਿਆ ਗਿਆ, ਫੁੱਲ ਦੀ ਸੁਗੰਧੀ ਲੈ ਕੇ ਚਲਿਆ ਗਿਆ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਗੁਰੂ ਨਾਨਕ ਮਹਾਰਾਜ, ਇਹ ਜਿਹੜਾ ਡੱਡੂ ਹੈ ਇਹ ਮਾਨ ਸਰੋਵਰ ਦੇ ਵਿੱਚ ਵੀ ਰਹਿ ਰਿਹਾ ਹੈ, ਪਰ ਇਹ ਫਿਰ ਵੀ ਕੀੜੇ ਮਕੌੜੇ ਖਾ ਰਿਹਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆ, ਇਸ ਦੀ ਆਦਤ ਬਣ ਗਈ ਹੈ, ਆਦਤ ਸੁਭਾਅ ਬਣ ਗਿਆ, ਹੁਣ ਇਹ ਆਪਣੀ ਆਦਤ ਨੂੰ ਛੱਡ ਨਹੀਂ ਸਕਦਾ। ਭਾਵੇਂ ਮਾਨ ਸਰੋਵਰ ਦੇ ਵਿੱਚ ਰਹਿ ਰਿਹਾ ਹੈ, ਪਰ ਇਸ ਮਾਨ ਸਰੋਵਰ ਦਾ ਇਹਨੂੰ ਕੋਈ ਭਾਅ ਨਹੀਂ ਹੈ, ਇਹਦੀ ਆਦਤ ਬਣ ਗਈ ਹੈ। ਆਦਤ ਇਹ ਸੁਭਾਅ ਤੇ ਆਦਤ ਇਹੋ ਜਿਹੀ ਹੈ ਕਿ ਜਦ ਜਿਸ ਤਰ੍ਹਾਂ ਅਸੀਂ ਸਮਾਜ ਦੇ ਵਿੱਚ ਕੋਈ ਬੀਜ ਬੀਜਦੇ ਹਾਂ ਨਾ, ਅਸੀਂ ਬੀਜ ਬੀਜਿਆ 2-4 ਦਿਨਾਂ ਵਿੱਚ ਬੀਜ ਫੁੱਟਿਆ ਹੁੰਦਾ ਹੈ, ਉਹ ਤੋਂ ਛੋਟਾ ਜਿਹਾ ਬੂਟਾ ਬਣ ਜਾਂਦਾ ਹੈ। ਬੂਟੇ ਦੀਆਂ ਫਿਰ ਟਹਿਣੀਆਂ ਨੇ, ਫਲ ਫੁੱਲ ਪੱਤੇ ਨੇ। ਹੌਲੀ ਹੌਲੀ ਜੇ ਉਹਨੂੰ ਨਾ ਪੁੱਟਿਆ ਜਾਵੇ ਤਾਂ ਬਹੁਤ ਵੱਡਾ ਦਰਖਤ ਬਣ ਜਾਂਦਾ ਹੈ। ਸਮਾਜ ਵਿੱਚ ਸਾਡੇ ਜੀਵਨ ਦੇ ਅੰਦਰ ਜਿਹੜੀ ਬਰਿਆਈ ਹੈ, ਇਹ ਬਰਿਆਈ ਵੀ ਇੰਝ ਹੀ ਕਰਦੀ ਹੈ। ਮਾਫ਼ ਕਰਨਾ, ਕੋਈ ਵੀ ਮਨੁੱਖ ਹੈ ਉਹ ਸਾਰੀ ਜ਼ਿੰਦਗੀ ਬਤੀਤ ਕਰਦਾ, ਇੱਕ ਦਿਨ ਦੇ ਵਿੱਚ ਬੁਰਾ ਨਹੀਂ ਬਣਦਾ। ਉਹ ਇੱਕ ਦਿਨ ਵਿੱਚ ਬੁਰਾ ਨਹੀਂ ਬਣਦਾ, ਕਿਉਂਕਿ ਸਮਾਜ ਇੱਕ ਦਿਨ ਦਾ ਉਹਦਾ ਕੀਤਾ ਹੋਇਆ ਬੁਰਾ ਕੰਮ ਦੇਖ ਕੇ ਕਹਿ ਦਿੰਦਾ ਹੈ ਕਿ ਬਹੁਤ ਬੁਰਾ ਮਨੁੱਖ ਹੈ। ਉਹ ਮਨੁੱਖ ਇੱਕ ਦਿਨ ਵਾਸਤੇ ਬੁਰਾ ਨਹੀਂ ਹੈ, ਬੁਰਾਈ ਉਹਦੇ ਪਹਿਲਾਂ ਤੋਂ ਹੀ ਅੰਦਰ ਘਰ ਕਰ ਗਈ ਸੀ। ਜਿਹੜੇ ਅਸੀਂ ਸਤ ਸੰਗਤ ਕਰਦੇ ਹਾਂ ਕਿ ਬਰਿਆਈ ਦਾ ਕੋਈ ਇੱਕ ਬੀਜ ਬੀਜਿਆ ਗਿਆ ਹੋਵੇ ਜੀਵਨ ਅੰਦਰ, ਤੇ ਉਹ ਜੇ ਛੋਟਾ ਜਿਹਾ ਬੂਟਾ ਪੁੰਗ ਰਿਹਾ ਉਸ ਦੇ ਵਿੱਚੋਂ, ਤੇ ਛੋਟੇ ਜਿਹੇ ਬੂਟੇ ਦਾ ਕੀ ਹੈ, ਛੋਟੇ ਜਿਹੇ ਬੂਟੇ ਨੂੰ ਤੇ ਇੱਕ ਬੱਚਾ ਵੀ ਖੇਲਦਾ ਖੇਲਦਾ ਪੁੱਟ ਕੇ ਪਾਸੇ ਸੁੱਟ ਦੇਵੇਗਾ। ਚਲੋ ਪੁੰਗ ਰਿਹਾ ਹੋਇਆ ਬੀਜ ਤੇ ਬੱਚਾ ਪੁੱਟ ਦੇਵੇਗਾ, ਜਦੋਂ ਛੋਟਾ ਜਿਹਾ ਬੂਟਾ ਬਣ ਗਿਆ ਫਿਰ ਵੀ ਉਹਨੂੰ ਬੱਚਾ ਪੁੱਟ ਦੇਵੇਗਾ। ਪਰ ਜੇ ਇੱਕ ਬਹੁਤ ਵੱਡਾ ਦਰਖਤ ਬਣਿਆ ਪਿਆ ਹੋਵੇ, ਉਹਨੂੰ ਬੱਚਾ ਨਹੀਂ ਪੁੱਟ ਸਕਦਾ ਕਦੇ ਵੀ। ਉਹਨੂੰ ਤੇ ਵੱਡੇ ਵੱਡੇ ਤਾਕਤਵਰ ਹਾਥੀ ਵੀ ਨਹੀਂ ਪੁੱਟ ਸਕਦੇ। ਬਰਿਆਈ ਮਨੁੱਖ ਦੇ ਇੱਕ ਦਿਨ ਤੋਂ ਨਹੀਂ ਹੈ, ਬਰਿਆਈ ਮਨੁੱਖ ਦੇ ਲੰਮੇ ਟਾਈਮ ਤੋਂ ਲੈ ਕੇ ਉਸ ਦੇ ਅੰਦਰ ਘਰ ਕਰ ਰਹੀ ਸੀ, ਪਰ ਪਤਾ ਨਹੀਂ ਲੱਗਿਆ। ਇੱਕ ਬੀਜ ਮਨੁੱਖ ਨੇ ਆਪਣੇ ਜੀਵਨ ਕਾਲ ਦੇ ਅੰਦਰ ਬੀਜਿਆ ਬਰਿਆਈ ਦਾ, ਉਹਦਾ ਬੂਟਾ ਪੈਦਾ ਹੋ ਗਿਆ। ਫਿਰ ਦੂਜੀ ਬਰਿਆਈ ਕੀਤੀ ਹੈ, ਉਹਨੂੰ ਸਿੱਝਦਾ ਰਿਹਾ। ਤੀਜੀ ਬਰਿਆਈ ਕੀਤੀ ਹੈ, ਉਹਨੂੰ ਸਿੱਝਦਾ ਰਿਹਾ। ਫਿਰ ਉਹ ਬੂਟਾ ਬਣ ਗਿਆ, ਹੌਲੀ ਹੌਲੀ ਵੱਡਾ ਹੋ ਗਿਆ। ਅੱਜ ਵੱਡੇ ਵੱਡੇ ਉਹਨੂੰ ਮੁੱਢ ਲੱਗੇ ਨੇ, ਲੰਮੀਆਂ ਡੂੰਘੀਆਂ ਉਹਦੀਆਂ ਜੜ੍ਹਾਂ ਚਲੀਆਂ ਗਈਆਂ। ਅੱਜ ਹੁਣ ਬਰਿਆਈ ਇਸ ਦੇ ਅੰਦਰੋਂ ਕਦੇ ਜਾਵੇਗੀ ਨਹੀਂ। ਵੱਡੇ ਵੱਡੇ ਤਮਾਮ ਭਾਰਤ ਦੇ ਮਹਾਂਪੁਰਖ ਰਿਸ਼ੀ ਮੁਨੀ ਪੈਗੰਬਰ
ਉਹਨਾਂ ਦੇ ਅੱਗੇ ਫੇਲ ਹੋ ਗਏ ਨੇ, ਨਹੀਂ ਉਹਨਾਂ ਦੀ ਬੁਰਾਈ ਨੂੰ ਖਤਮ ਕਰ ਸਕੇ। ਜਿਹੜੀ ਮਨੁੱਖ ਦੇ ਅੰਦਰ ਏਡੇ ਵੱਡੇ ਪਰਵਲ ਦਰਖਤ ਪੈਦਾ ਹੋ ਗਏ ਨੇ ਬੁਰਾਈ ਦੇ ਅੰਦਰ, ਛੋਟੇ ਜਿਹੇ ਬੂਟੇ ਨੂੰ ਤੇ ਬੱਚਾ ਪੁੱਟ ਦੇਵੇਗਾ, ਵੱਡੇ ਵੱਡੇ ਦਰਖਤ ਜਦੋਂ ਪੈਦਾ ਹੋ ਗਏ ਨੇ ਇਸ ਦੇ ਅੰਦਰ ਬੁਰਾਈ ਦੇ, ਤਾਂ ਹੁਣ ਇਸ ਨੂੰ ਬੱਚਾ ਕੀ ਨੌਜਵਾਨ ਵੀ ਪੁੱਟ ਕੇ ਨਹੀਂ ਸੁੱਟ ਸਕਦਾ। ਤੋ ਜਿਨ੍ਹਾਂ ਦੇ ਅੰਦਰ ਬੁਰਾਈ ਦੇ ਬਹੁਤ ਵੱਡੇ ਵੱਡੇ ਦਰਖਤ ਪੈਦਾ ਹੋ ਗਏ ਨੇ, ਉਹਨਾਂ ਦੇ ਅੰਦਰ ਉਹ ਗੁਰੂ ਨਾਨਕ ਦੀ ਕਦੇ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੋਣਗੇ, ਕਦੇ ਨਹੀਂ ਹੋਣਗੇ। ਮਨੁੱਖ ਦੇ ਜਿਹੜੇ ਸਤ ਸੰਗਤ ਕਰਦਾ ਨਾ, ਉਹ ਸਤ ਸੰਗਤ ਦਾ ਫਲ ਇਹ ਹੈ ਵੀ ਜੇ ਕੋਈ ਬੁਰਾਈ ਦਾ ਬੂਟਾ ਭੁਲੇਖੇ ਨਾਲ ਲੱਗ ਗਿਆ ਤੇ ਸੰਗਤ ਦੇ ਵਿੱਚ ਆ ਕੇ ਉਹ ਬੁਰਾਈ ਦਾ ਬੂਟਾ ਉਹਦਾ ਸਿਮਰਨ ਬੰਦਗੀ ਕਰਨ ਦੇ ਨਾਲ ਪੁੱਟਿਆ ਜਾਂਦਾ ਹੈ। ਪੁੱਟਿਆ ਜਾਵੇ, ਅੱਜ ਹੀ ਪੁੱਟਿਆ ਜਾਵੇ। ਜੋ ਅੱਜ ਬੁਰਾ ਸੋਚਿਆ ਸੀ ਉਹ ਅੱਜ ਹੀ ਬੂਟਾ ਲੱਗਿਆ ਹੋਇਆ ਪੁੱਟਿਆ ਜਾਵੇ। ਇਸ ਵਾਸਤੇ ਤੇ ਮਨੁੱਖ ਸਤ ਸੰਗਤ ਕਰਦਾ ਹੈ। ਇਹ ਵਿਚਾਰਧਾਰਾ ਦੇ ਨਾਲ ਬਹੁਤੇ ਮਨੁੱਖ ਐਸੇ ਹੁੰਦੇ ਨੇ ਕਿ ਜਿਹੜੇ ਕਹਿੰਦੇ ਗੁਰਬਾਣੀ ਦੀ ਵਿਚਾਰਧਾਰਾ ਦੇ ਨਾਲ ਮਨੁੱਖ ਸਹਿਮਤ ਨਹੀਂ ਹੁੰਦੇ, ਭਾਵੇਂ ਉਹ ਮਾਨ ਸਰੋਵਰ ਦੇ ਵਿੱਚ ਰਹਿੰਦੇ ਨੇ, ਪਰ ਰਹਿੰਦੇ ਉਹ ਕੇਵਲ ਦੀ ਕੇਵਲ ਡੱਡੂ ਦੀ ਤਰ੍ਹਾਂ ਨੇ। ਸਤ ਸੰਗਤ ਦੇ ਵਿੱਚ ਰਹਿੰਦੇ ਹਨ, ਕਰਦੇ ਨੇ, ਪਰ ਉਹ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੁੰਦੇ। ਕਾਰਨ ਕਿ ਬੁਰਾਈ ਹੁਣ ਬਹੁਤ ਵੱਡੀ ਸਿਖਰਾਂ 'ਤੇ ਹੈ, ਇਹ ਉੱਚੀ ਵੀ ਬੜੀਆਂ ਬੁਲੰਦੀਆਂ ਨੂੰ ਛੂਹ ਗਈ ਹੈ, ਅਤੇ ਧਰਤੀ ਦੇ ਵਿੱਚ ਇਹਨੇ ਜੜ੍ਹਾਂ ਵੀ ਆਪਣੀਆਂ ਡੂੰਘੀਆਂ ਕਰ ਲਈਆਂ ਨੇ। ਹੁਣ ਨਾ ਤਾਂ ਇਹਦੀ ਕੋਈ ਉਚਾਈ ਨੂੰ ਕੱਟ ਸਕਦਾ ਹੈ, ਨਾ ਇਸ ਦੀ ਕੋਈ ਡੂੰਘਾਈ ਨੂੰ ਕੱਟ ਸਕਦਾ ਹੈ। ਵਿਚਾਰਧਾਰਾ ਦੇ ਨਾਲ ਇਸ ਕਰਕੇ ਸਹਿਮਤ ਨਹੀਂ ਹੈ। ਸਤ ਸੰਗਤ ਦੀਆਂ ਘੜੀਆਂ ਇਸ ਵਾਸਤੇ ਮਨੁੱਖ ਕਰਦਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਨਾਲ, ਪਰ ਵਿਚਾਰਧਾਰਾ ਦੇ ਨਾਲ ਹਰ ਕੋਈ ਸਹਿਮਤ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਿਚਾਰਧਾਰਾ ਦੇ ਨਾਲ ਔਰੰਗਜ਼ੇਬ ਸਹਿਮਤ ਨਹੀਂ ਹੋਇਆ ਸੀ, ਜ਼ੁਲਮ ਤੇ ਜ਼ਬਰ ਘੱਲਦਾ ਰਿਹਾ, ਨਹੀਂ ਹਟਿਆ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੋਇਆ ਸੀ। ਇਹ ਜਿਤਨੇ ਵਿਚਾਰ ਨੇ, ਵਿਚਾਰਧਾਰਾ ਦੇ ਨਾਲ ਉਹੀ ਮਨੁੱਖ ਸਹਿਮਤ ਹੁੰਦਾ ਹੈ ਜਿਹਦੇ ਹਜੇ ਤੱਕ ਬੁਰਾਈ ਦਾ ਛੋਟਾ ਜਿਹਾ ਬੂਟਾ ਲੱਗਿਆ ਤੇ ਉਹ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਕੇ ਪੱਟਿਆ ਜਾ ਸਕਦਾ ਹੈ। ਔਰ ਜਿਹਨੇ ਚੰਗਿਆਈ ਇਕੱਠੀ ਕਰਨੀ ਹੈ, ਚੰਗਿਆਈ ਜਿਹਨੇ ਇਕੱਠੀ ਕਰਨੀ ਹੈ, ਉਹ ਤੇ ਅੰਧੇ ਮਨੁੱਖ ਤੋਂ ਵੀ ਕਰ ਸਕਦਾ ਹੈ। ਸੇਖ ਸਾਧੀ ਨੂੰ ਕਿਸੇ ਨੇ ਪੁੱਛਿਆ ਸੀ, ਕਹਿਣ ਲੱਗੇ ਤੁਸੀਂ ਇਤਨੀ ਚੰਗਿਆਈ ਕਿੱਥੋਂ ਇਕੱਠੀ ਕੀਤੀ ਹੈ? ਕਹਿੰਦੇ ਮੈਂ ਤੇ ਅੰਧੇ ਮਨੁੱਖ ਤੋਂ ਗਿਆਨ ਲੈਤਾ ਹੈ। ਹੁਣ ਅੰਧਾ ਮਨੁੱਖ ਕਿਸੇ ਨੂੰ ਕੀ ਗਿਆਨ ਦੇਵੇਗਾ? ਅੰਧਾ ਮਨੁੱਖ ਕਹਿੰਦੇ ਮੈਂ ਤੇ ਅੰਧੇ ਮਨੁੱਖ ਤੋਂ ਗਿਆਨ ਲੈਤਾ ਹੈ। ਅੰਧਾ ਮਨੁੱਖ ਕੀ ਗਿਆਨ ਦੇਵੇਗਾ? ਕਹਿੰਦੇ ਸੇਖ ਸਾਧੀ ਜੀ ਕਹਿਣ ਲੱਗੇ ਅੰਧੇ ਮਨੁੱਖ ਦੀ ਇਹ ਨਿਸ਼ਾਨੀ ਹੈ ਕਿ ਜਿੰਨਾ ਟਾਈਮ ਆਪਣੇ ਅੱਗਿਓਂ ਧਰਤੀ ਨੂੰ ਟੋਲ ਨਾ ਲਵੇ, ਪੂਰੀ ਜਾਣਕਾਰੀ ਧਰਤੀ ਬਾਰੇ ਨਾ ਲਵੇ, ਓਨਾ ਟਾਈਮ ਅੰਧਾ ਮਨੁੱਖ ਅਗਾਹਾਂ ਪੈਰ ਨਹੀਂ ਪੱਟਦਾ। ਅੰਧਾ ਮਨੁੱਖ ਓਨਾ ਟਾਈਮ ਅਗਾਹਾਂ ਪੈਰ ਨਹੀਂ ਪੱਟਦਾ। ਤੇ ਮੈਂ ਇੱਕ ਅੰਧੇ ਮਨੁੱਖ ਦੇ ਜੀਵਨ ਦੇ ਵਿੱਚੋਂ ਇਹ ਗਿਆਨ ਪ੍ਰਾਪਤ ਕੀਤਾ ਹੈ ਕਿ ਜਿੰਨਾ ਟਾਈਮ ਮੈਂ ਆਪਣੇ ਅਗਾਹਾਂ ਵਾਲੇ ਆਉਣ ਵਾਲੇ ਟਾਈਮ ਨੂੰ ਵਾਚ ਨਹੀਂ ਲੈਂਦਾ, ਉਹਨਾਂ ਟਾਈਮ ਮੈਂ ਅਗਾਹਾਂ ਪੈਰ ਨਹੀਂ ਪੁੱਟਦਾ। ਕਮਾਲ ਦੀ ਗੱਲ ਹੈ ਕਿ ਸੇਖ ਸਾਧੀ ਵਰਗੇ ਇਤਨੇ ਵੱਡੇ ਜਿਹੜੇ ਕਵੀ ਹੋਏ ਨੇ, ਜਿਨ੍ਹਾਂ ਨੇ ਕਲਮ ਦੇ ਨਾਲ ਬੜਾ ਕੁਝ ਲਿਖਿਆ, ਅੱਜ ਦੁਨੀਆ ਗਾ ਰਹੀ ਹੈ, ਉਹਨਾਂ ਨੇ ਇੱਕ ਅੰਧੇ ਮਨੁੱਖ ਤੋਂ ਗਿਆਨ ਲੈਤਾ ਹੈ ਕਿ ਇੱਕ ਅੰਧਾ ਮਨੁੱਖ ਧਰਤੀ ਨੂੰ ਟੋਲੇ ਤੋਂ ਬਿਨਾਂ ਅਗਾਹਾਂ ਨਹੀਂ ਚੱਲਦਾ, ਅਗਾਹਾਂ ਨਹੀਂ ਚੱਲੇਗਾ ਉਹ। ਤੋ ਜੇ ਵਿਚਾਰ ਦੇ ਨਾਲ ਸਹਿਮਤ ਹੋਣਾ ਹੋਵੇ ਤੇ ਜਿਸ ਦੇ ਕੋਲ ਛੋਟਾ ਜਿਹਾ ਬੂਟਾ ਲੱਗਿਆ ਉਹ ਮਨੁੱਖ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਕੇ ਬੂਟੇ ਨੂੰ, ਬਰਿਆਈ ਵਾਲੇ ਬੂਟੇ ਨੂੰ ਪੱਟ ਸਕਦਾ ਹੈ। ਪਰ ਜਿਸ ਦੀ ਬਰਿਆਈ ਦੀ ਅੱਜ ਆਦਤ ਬਣੀ ਹੈ, ਕਿਉਂਕਿ ਗੁਰਬਾਣੀ ਮਨੁੱਖ ਦੇ
ਕਰਮ ਬਦਲਦੀ ਹੈ, ਗੁਰਬਾਣੀ ਮਨੁੱਖ ਦੇ ਸੰਸਕਾਰ ਬਦਲਦੀ ਹੈ, ਗੁਰਬਾਣੀ ਮਨੁੱਖ ਦੀ ਆਦਤ ਨੂੰ, ਸੁਭਾਅ ਨੂੰ ਨਹੀਂ ਬਦਲਦੀ। ਆਦਤ ਨਹੀਂ, ਜਿਸ ਦੀ ਆਦਤ ਬਣੀ ਹੋਈ ਹੈ, ਅੱਜ ਪੱਕੀ ਹੋਈ ਹੈ ਆਦਤ, ਉਹ ਕਦੇ ਨਹੀਂ ਬਦਲੇਗਾ। ਸੱਪ ਦੀ ਆਦਤ ਬਣੀ ਹੋਈ ਹੈ ਬਚਪਨੇ ਤੋਂ ਲੈ ਕੇ ਕਿ ਉਹਨੇ ਡੰਗ ਮਾਰਨਾ ਹੈ, ਮਰਦੇ ਦਮ ਤੱਕ 100 ਸਾਲ ਦਾ ਵੀ ਹੋ ਜਾਵੇ ਤਾਂ ਵੀ ਡੰਗ ਹੀ ਮਾਰਦਾ ਰਹੇਗਾ। ਔਰ ਗਜਬ ਦੀ ਗੱਲ ਤਾਂ ਇਹ ਹੈ ਕਿ ਉਹ ਸੱਪ ਭਾਵੇਂ ਕਿਸੇ ਦੇ ਖੇਤ ਵਿੱਚ ਨਿਕਲੇ ਤਾਂ ਵੀ ਡੰਗ ਮਾਰੇਗਾ, ਭਾਵੇਂ ਕਿਸੇ ਦੇ ਘਰ ਦੇ ਵਿੱਚ ਨਿਕਲ ਆਵੇ ਤਾਂ ਵੀ ਡੰਗ ਮਾਰੇਗਾ। ਰਾਹੀ ਪਾਂਦੀ ਨੂੰ ਕਿਤੇ ਰਸਤੇ ਵਿੱਚ ਮਿਲ ਜਾਵੇ ਤਾਂ ਵੀ ਡੰਗ ਮਾਰੇਗਾ। ਸੱਪ ਕਿਤੇ ਗੁਰੂ ਦੇ ਦਰਬਾਰ ਵਿੱਚ ਨਿਕਲ ਆਵੇ ਤਾਂ ਵੀ ਡੰਗ ਮਾਰੇਗਾ। ਆਪਣੀ ਆਦਤ ਨੂੰ ਨਹੀਂ ਛੱਡ ਸਕਦਾ, ਆਦਤ ਨਹੀਂ ਛੱਡੇਗਾ। ਸੱਪ ਦਾ ਕਰਮ ਹੈ ਡੰਗ ਮਾਰਨਾ, ਤੋਂ ਮਾਰਦਾ ਹੈ, ਹਰ ਇੱਕ ਜਗ੍ਹਾ 'ਤੇ ਮਾਰਦਾ ਹੈ। ਜਿਹੜੇ ਮਨੁੱਖਾਂ ਦਾ ਸੱਪ ਵਰਗਾ ਜੀਵਨ ਹੋਵੇ, ਕਦੀ ਇਸ ਭੁਲੇਖੇ ਦੇ ਵਿੱਚ ਨਾ ਰਹਿਣਾ ਕਿ ਉਹ ਸਤ ਸੰਗਤ ਕਰ ਰਿਹਾ ਤੇ ਕਦੇ ਡੰਗ ਨਹੀਂ ਮਾਰੇਗਾ। ਆਦਤ ਜੋ ਬਣੀ ਹੋਈ ਹੈ, ਆਦਤ ਨੂੰ ਬਦਲਿਆ ਥੋੜ੍ਹਾ ਜਾ ਸਕਦਾ ਹੈ। ਗੁਰਬਾਣੀ ਨੇ ਤੇ ਵਾਰੀ ਕਿਹਾ ਹੈ, ਜਿਹੜੇ ਮਨੁੱਖਾਂ ਦੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ, ਐਲਾਨੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਘਰ ਵਿੱਚ ਜਾ ਕੇ ਦੱਸਦੇ ਨੇ ਕਿ ਜਿਸ ਮਨੁੱਖ ਦੇ ਡੰਗ ਮਾਰਨ ਦਾ ਸੁਭਾਅ ਬਣ ਗਿਆ, ਆਦਤ ਬਣ ਗਿਆ, ਇਸ ਤੋਂ ਬਚ ਕੇ ਰਹੋ। ਇਹਨੇ ਆਪਣੇ ਪਰਿਵਾਰ ਨੂੰ ਵੀ ਨਹੀਂ ਬਖਸ਼ਿਆ, ਆਪਣੇ ਕੁਟੁੰਬ ਨੂੰ ਨਹੀਂ ਬਖਸ਼ਿਆ, ਤਾਂ ਇਹ ਕਦੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ੇਗਾ ਤੇ ਆਪਣਿਆਂ ਨੂੰ ਵੀ ਕਦੇ ਹੋਰ ਨੂੰ ਬਖਸ਼ੇਗਾ ਨਹੀਂ, ਡੰਗ ਤੇ ਮਾਰੇਗਾ। ਆਦਤ ਜੋ ਬਣੀ ਹੋਈ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਐਸੇ ਮਨੁੱਖਾਂ ਦੇ ਨਾਲ ਤਮਾਮ ਦੁਨੀਆ ਭਰੀ ਪਈ ਹੈ, ਜਿਹੜੇ ਵਿਚਾਰਧਾਰਾ ਸੁਣਦੇ ਨੇ, ਗਾਉਂਦੇ ਨੇ, ਪਰ ਉਸ ਦੇ ਨਾਲ ਕਦੇ ਸਹਿਮਤ ਨਹੀਂ ਹੁੰਦੇ ਵਿਚਾਰਧਾਰਾ ਦੇ ਨਾਲ। ਕਿਉਂਕਿ ਹੁਣ ਇਹ ਦਰਖਤ ਬਣ ਗਿਆ ਹੈ ਬੁਰਾਈ ਦਾ, ਤਾਂ ਮਨੁੱਖ ਕਰਦਾ ਕੀ ਹੈ, ਪਹਿਲੇ ਬੁਰਾਈ ਨੂੰ ਜਨਮ ਦਿੰਦਾ ਹੈ। ਜਨਮਦਾਤਾ ਬੁਰਾਈ ਦਾ ਮਨੁੱਖ ਖੁਦ ਹੈ। ਇਹਨੇ ਅੱਜ ਇੱਕ ਝੂਠ ਬੋਲਿਆ, ਜਨਮ ਦਿੱਤਾ, ਬੀਜ ਲਿਆ। 2-4 ਝੂਠ ਬੋਲੇ ਨੇ, ਅੱਜ ਬੂਟਾ ਪੁੰਗਰ ਗਿਆ ਹੈ। ਅੱਜ 10, 15, 50 ਝੂਠ ਮਾਰਦਾ ਤਾਂ ਬੂਟੇ ਨੂੰ ਵੱਡਾ ਕਰ ਰਿਹਾ, ਉਹਨੂੰ ਸਿੱਝ ਰਿਹਾ ਹੈ। ਸਾਰੀ ਜ਼ਿੰਦਗੀ ਇਸ ਦੇ ਲੰਘ ਗਈ ਹੈ ਝੂਠ ਮਾਰਦੇ ਦੀ, ਅੱਜ ਇੱਕ ਵੱਡਾ ਦਰਖਤ ਬਣ ਗਿਆ ਹੈ। ਅੱਜ ਕਹਿੰਦਾ ਕਿ ਮੈਂ ਆਪਣੇ ਮੁਖੜੇ ਦੇ ਵਿੱਚੋਂ ਕਦੇ ਝੂਠ ਨਹੀਂ ਬੋਲਾਂਗਾ। ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਨਹੀਂ, ਹੁਣ ਤੇਰੀ ਆਦਤ ਬਣ ਗਈ ਹੈ, ਤੇਰੀ ਸੁਭਾਅ ਬਣ ਗਈ ਹੈ ਕਿ ਹੁਣ ਤੂੰ ਕਦੇ ਆਪਣੀ ਜ਼ੁਬਾਨ ਦੇ ਵਿੱਚੋਂ ਸੱਚ ਬੋਲੇਗਾ ਵੀ ਨਹੀਂ, ਨਹੀਂ ਬੋਲੇਗਾ ਕਦੇ। ਕਿਉਂਕਿ ਕਈ ਮਨੁੱਖਾਂ ਦਾ ਝੂਠ ਬੋਲਣਾ ਵੀ ਝੂਠ ਨਹੀਂ ਹੁੰਦਾ, ਕਈ ਮਨੁੱਖਾਂ ਦਾ ਸੱਚ ਬੋਲਣਾ ਵੀ ਸੱਚ ਨਹੀਂ ਹੁੰਦਾ। ਕਈ ਮਨੁੱਖਾਂ ਦਾ ਝੂਠ ਬੋਲਣਾ ਵੀ ਝੂਠ ਨਹੀਂ ਹੁੰਦਾ, ਕਈ ਮਨੁੱਖਾਂ ਦਾ ਸੱਚ ਬੋਲਣਾ ਵੀ ਸੱਚ ਨਹੀਂ ਹੁੰਦਾ। ਕਿਉਂਕਿ ਉਹ ਸੱਚੇ ਮਨੁੱਖ ਐਸੀ ਸੱਚਾਈ ਐਸੀ ਜਗ੍ਹਾ 'ਤੇ ਐਸੇ ਟਾਈਮ 'ਤੇ ਬੋਲ ਦਿੰਦੇ ਹਨ ਜਿਹੜੀ ਬੁਰਾਈ ਨੂੰ ਜਨਮ ਦੇ ਦਿੰਦੀ ਹੈ, ਬੁਰਾਈ ਨੂੰ ਜਨਮ ਦੇ ਦਿੰਦੀ ਹੈ। ਅਕਸਰ ਦੁਨੀਆ ਦੇ ਵਿੱਚ ਇਹਨਾਂ ਗੱਲਾਂ ਕਾਰਨਾਂ ਕਰਕੇ ਬਹੁਤ ਵੱਡੇ ਝਗੜੇ ਪੈਦਾ ਹੋ ਜਾਂਦੇ ਨੇ, ਪਰਿਵਾਰਾਂ ਦੇ ਪਰਿਵਾਰ ਉਜੜ ਜਾਂਦੇ ਹਨ। ਤੋ ਇਹ ਕਦੇ ਫਿਰ ਕਿਸੇ ਦਿਨ ਕਿ ਮਨੁੱਖ ਦਾ ਸੱਚ ਬੋਲਣਾ ਸੱਚ ਵੀ ਨਹੀਂ ਹੁੰਦਾ, ਮਨੁੱਖ ਦਾ ਝੂਠ ਬੋਲਣਾ ਵੀ ਝੂਠ ਨਹੀਂ ਹੁੰਦਾ, ਇਹ ਕਦੇ ਫਿਰ ਆਪਾਂ ਸਾਰੀ ਸੰਗਤ ਸਰਵਣ ਕਰਾਂਗੇ। ਖੈਰ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਇਹ ਡੱਡੂ ਦੀ ਹੁਣ ਆਦਤ ਬਣ ਗਈ ਹੈ, ਸੁਭਾਅ ਬਣ ਗਿਆ। ਮਾਨ ਸਰੋਵਰ ਦਾ ਇਹਨੂੰ ਕੋਈ ਭਾਅ ਨਹੀਂ ਹੈ, ਇਹ ਕੇਵਲ ਤੇ ਕੇਵਲ ਕੀੜੇ ਮਕੌੜੇ ਇਸ ਦੇ ਵਿੱਚੋਂ ਭਾਲਦਾ ਰਹਿੰਦਾ ਤੇ ਆਪੇ ਖਾਂਦਾ ਰਹਿੰਦਾ ਉਸ ਨੂੰ। ਇਹਦੀ ਆਦਤ ਬਣ ਗਈ ਹੈ, ਸੁਭਾਅ ਬਣ ਗਿਆ ਹੈ, ਹੁਣ ਇਸ ਨੂੰ ਬਦਲਿਆ ਨਹੀਂ ਜਾ ਸਕਦਾ, ਹੁਣ ਇਸ ਨੂੰ ਨਹੀਂ ਬਦਲਿਆ ਜਾਵੇਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ, ਅਕਾਲ ਪੁਰਖ ਮਹਾਰਾਜਿਆਂ ਨੇ ਮਹਾਨ ਇਹ ਬਖਸ਼ਿਸ਼ ਕੀਤੀ ਹੈ ਕਿ ਕਿਸੇ ਦੇ ਮਨੁੱਖ ਨੂੰ ਉਹਦੀ ਆਦਤ ਨੂੰ, ਸੁਭਾਅ ਨੂੰ ਬਦਲਿਆ ਨਹੀਂ ਜਾ ਸਕਦਾ। ਤਾਂ ਗੁਰੂ ਨਾਨਕ ਮੂਰਖ ਦੀ ਗੱਲ, ਅਸੰਖ ਮੂਰਖ ਅੰਧ ਕੌਰ, ਮੂਰਖ ਆਪਣਾ ਬਿਨਾਂ ਸੋਚੇ ਸਮਝੇ ਕੁਛ ਬੋਲ ਦੇਣਾ, ਉਹਨੂੰ ਮੂਰਖ ਕਹਿੰਦੇ ਨੇ। ਦੂਸਰਾ, ਜਿੱਥੇ ਬੋਲਣਾ ਹੈ ਕਿਸੇ ਦੇ ਮੂੰਹ ਨੂੰ ਸਮਝ ਕੇ, ਮੁੱਖ ਰੱਖ ਕੇ ਆਪ ਸੱਚਾਈ ਤੋਂ ਚੁੱਪ ਕਰ ਜਾਣਾ, ਇਹਨੂੰ ਵੀ ਵੱਡਾ ਮੂਰਖ ਕਹਿੰਦੇ ਨੇ। ਤਾਂ ਇਹੋ ਜਿਹੇ ਮੂਰਖ ਨੇ ਜਿਹੜੇ, ਉਹ ਸਾਰੀ ਦੁਨੀਆ
ਇਹੋ ਜਿਹੇ ਮੂਰਖਾਂ ਦੇ ਨਾਲ ਭਰੀ ਪਈ ਹੈ ਕਿ ਉਹਦਾ ਮੂੰਹ ਰੱਖਣ ਦੇ ਮਾਰੇ ਨਹੀਂ ਬੋਲੇ ਜੀ। ਸੱਚਾਈ ਤੇ ਪਤਾ ਸੀ ਵੀ ਕੀ ਹੈ, ਪਰ ਉਹਦਾ ਮੂੰਹ ਰੱਖਣ ਦੇ ਮਾਰੇ ਨਹੀਂ ਬੋਲੇ। ਐਸੇ ਮੂਰਖ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਅੰਧ ਘੋਰ, ਭਾਵ ਇਸ ਨੂੰ ਆਪਣੇ ਹੱਥ ਪੈਰ ਵੀ ਨਜ਼ਰ ਨਹੀਂ ਆ ਰਹੇ, ਇੰਨਾ ਮੂਰਖਤਾ ਦੇ ਵਿੱਚ ਇਹ ਅੰਧਾ ਹੋ ਗਿਆ ਹੈ। ਗੁਰਮੁਖ ਅਤੇ ਮਨਮੁਖ ਦੇ ਅਰਥ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਗੁਰੂ ਨਾਨਕ ਅਕਾਲ ਪੁਰਖ ਮਹਾਰਾਜੀਆਂ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ, ਉਹਨੂੰ ਗੁਰਮੁਖ ਜਨ ਕਹਿੰਦੇ ਹਨ। ਗੁਰਮੁਖ ਜਨ। ਔਰ ਜਿਹੜੇ ਮਨੁੱਖ ਆਪਣੇ ਕੇਵਲ ਤੇ ਕੇਵਲ ਸਾਰੀ ਜ਼ਿੰਦਗੀ ਮਨ ਦੇ ਆਖੇ ਲੱਗ ਕੇ, ਮਨਮੁਖ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਆਪਣੇ ਮਨ ਦੇ ਆਖੇ ਲੱਗ ਕੇ ਉਹਦੇ ਵੱਲ ਹੀ ਮੁਖਰਾ ਕਰਕੇ ਚੱਲਦੇ ਨੇ, ਜੋ ਮਨ ਨੇ ਕਿਹਾ ਉਹ ਕਰ ਦਿੱਤਾ ਹੈ। ਤੋ ਅਕਾਲ ਪੁਰਖ ਮਹਾਰਾਜੀਆਂ ਦੀ ਜਿਹੜੀ ਵਿਚਾਰਧਾਰਾ ਹੈ, ਇਸ ਦੇ ਨਾਲ ਉਹੀ ਮਨੁੱਖ ਸਹਿਮਤ ਹੁੰਦੇ ਨੇ ਜਿਨ੍ਹਾਂ ਦੇ ਬਚਪਨੇ ਤੋਂ ਲੈ ਕੇ ਬਰਿਆਈ ਦਾ ਅੰਦਰ ਬੂਟਾ ਨਹੀਂ ਲੱਗਿਆ ਹੋਇਆ। ਤੇ ਜਿਹਨੇ ਬਰਿਆਈ ਦੇ ਬੂਟੇ ਨੂੰ ਬੁਰੇ ਕੰਮ ਕਰ ਕਰਕੇ ਅੱਜ ਇੱਕ ਬਹੁਤ ਵੱਡਾ ਦਰਖਤ ਬਣਾ ਲਿਆ ਆਪਣੇ ਜੀਵਨ ਕਾਲ ਦੇ ਅੰਦਰ, ਇਹ ਦਰਖਤ ਹੁਣ ਕਦੇ ਪੁੱਟਿਆ ਨਹੀਂ ਜਾਵੇਗਾ, ਇਹ ਕਦੇ ਨਹੀਂ ਪੁੱਟਿਆ ਜਾਵੇਗਾ। ਔਰ ਇਹ ਦਰਖਤ ਮਨੁੱਖ ਨੂੰ ਬਰਿਆਈ ਦਾ ਦਿਨੋਂ ਦਿਨ ਤੜਫਾਉਂਦਾ ਰਹਿੰਦਾ ਹੈ, ਦਿਨੋਂ ਦਿਨ ਤੜਫਾਉਂਦਾ ਰਹਿੰਦਾ ਹੈ। ਇੱਕ ਦਿਨ ਫਿਰ ਐਸਾ ਆਉਂਦਾ ਹੈ ਕਿ ਸਮਾਜ ਦੇ ਵਿੱਚ ਇਹ ਮਨੁੱਖ ਬੁਰਾ ਕੰਮ ਕਰ ਬਹਿੰਦਾ ਹੈ। ਬੁਰਾ ਮਨੁੱਖ, ਮਾੜਾ ਮਨੁੱਖ ਇੱਕ ਦਿਨ ਬੁਰਾ ਨਹੀਂ ਬਣਦਾ। ਬੁਰਾਈ ਇਹਦੇ ਅੰਦਰ ਪੁਰਾਤਨ ਸਮੇਂ ਤੋਂ ਲੈ ਕੇ ਛੁਪੀ ਹੋਈ ਸੀ, ਬਸ ਦੁਨੀਆ ਦੇ ਸਾਹਮਣੇ ਅੱਜ ਪ੍ਰਗਟ ਹੋਈ ਹੈ। ਐਸਾ ਬੁਰਾ ਮਨੁੱਖ ਫਿਰ ਬੁਰਾ ਕਰਮ ਕਰ ਦਿੰਦਾ ਹੈ, ਔਰ ਜਦ ਇਹ ਬੁਰਾ ਕਰਮ ਕਰਦਾ ਹੈ ਉਸ ਵਾਸਤੇ ਸਮਾਜ ਹੈ, ਕਾਨੂੰਨ ਹੈ, ਹੱਥ ਕੜੀਆਂ ਨੇ, ਜੇਲ੍ਹ ਖਾਨੇ ਨੇ। ਅਕਸਰ ਬੁਰੇ ਕੰਮ ਕਰਨ ਵਾਲਿਆਂ ਵਾਸਤੇ ਮਨੁੱਖਾਂ ਨੂੰ ਅੱਜ ਜੇਲ੍ਹ ਖਾਨਿਆਂ ਦੇ ਵਿੱਚ ਉਹ ਬੈਠੇ ਨੇ। ਤੋ ਬੁਰਾ ਕੰਮ ਇੱਕ ਮਨੁੱਖ ਪੁਰਾਤਨ ਸਮੇਂ ਤੋਂ ਲੈ ਕੇ ਆ ਰਿਹਾ ਹੈ। ਇੱਕ ਦਿਨ ਵਾਸਤੇ, ਇੱਕ ਟਾਈਮ, ਇੱਕੋ ਟਾਈਮ 'ਤੇ ਮਨੁੱਖ ਕਦੇ ਕੋਈ ਬੁਰਾ ਨਹੀਂ ਬਣਦਾ। ਪਹਿਲਾਂ ਬੀਜ ਬੀਜਿਆ ਸੀ, ਬੂਟਾ ਬਣਿਆ, ਵੱਡਾ ਹੋਇਆ, ਦਰਖਤ ਬਣਿਆ। ਅੱਜ ਦਰਖਤ ਬਣ ਕੇ ਇਹਨੇ ਫਲ ਦਿੱਤਾ ਕਿ ਇਹਦੇ ਜੀਵਨ ਤੋਂ ਬੁਰਾ ਕਰਮ ਹੋ ਗਿਆ ਹੈ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਇਹ ਵਚਨ ਕੀਤੇ ਨੇ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮਖੋਰ। ਤੋ ਮਨੁੱਖ ਨੂੰ ਬੁਰਿਆਈ ਦਾ ਬੂਟਾ ਜੇ ਮਨੁੱਖ ਤੋਂ ਪਹਿਲਾਂ ਤਾਂ ਲੱਗੇ ਨਾ, ਬੁਰਿਆਈ ਦਾ ਬੂਟਾ ਜੇ ਅਗਰਵਾਈਜ਼ ਜੇ ਕਿਸੇ ਤੋਂ ਲੱਗ ਵੀ ਜਾਵੇ, ਕੋਈ ਝੂਠ ਬੋਲਣਾ ਪੈ ਗਿਆ, ਜੇ ਬੁਰੇ ਮਨੁੱਖ ਤੋਂ ਕੋਈ ਬੁਰਾ ਬੂਟਾ ਲੱਗ ਗਿਆ ਤੇ ਉਸ ਬੁਰੇ ਬੂਟੇ ਦੀਆਂ ਜੜ੍ਹਾਂ ਪੁੱਟਣ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਹ ਅਕਾਲ ਪੁਰਖ ਦਾ ਨਿਧਾਨ ਖਜ਼ਾਨਾ ਮਨੁੱਖਤਾ ਦੀ ਝੋਲੀ ਵਿੱਚ ਪਾਇਆ ਕਿ ਤੂੰ ਇਹ ਕਰਮ ਕਰੀ, 2 ਟਾਈਮ ਪਰਮਾਤਮਾ ਦਾ ਸਿਮਰਨ ਬੰਦਗੀ ਕਰੀ, ਤਾਂ ਕਿ ਤੇਰੇ ਅੰਦਰ ਬੁਰਾਈ ਦਾ ਬੂਟਾ ਪੈਦਾ ਨਾ ਹੋਵੇ। ਅਗਰਵਾਈਜ਼ ਜੇ ਕਿਤੇ ਹੋ ਵੀ ਜਾਵੇ ਤੇ ਇਹ ਸਤ ਸੰਗਤ ਦਾ ਫਲ ਹੈ, ਗੁਰਬਾਣੀ ਪੜ੍ਹੀ ਸੁਣੀ ਦਾ ਫਲ ਹੈ ਕਿ ਉਹ ਬੁਰਾਈ ਦਾ ਬੂਟਾ ਤੇਰੇ ਸਦਾ ਵਾਸਤੇ ਇਸ ਜੀਵਨ ਦੇ ਵਿੱਚੋਂ ਪੱਟਿਆ ਜਾਣਾ। ਜਦ ਬੁਰਾਈ ਦਾ ਬੂਟਾ ਪੱਟਿਆ ਗਿਆ ਤੇ ਚੰਗਿਆਈ ਤੇ ਫਿਰ ਮਨੁੱਖ ਦੇ ਅੰਦਰ ਆਪਣੇ ਆਪ ਹੀ ਘਰ ਕਰ ਲੈਂਦੀ ਹੈ। ਚੰਗਿਆਈ ਫਿਰ ਕਿਤੋਂ ਮਨੁੱਖ ਨੂੰ ਲੱਭ ਕੇ ਨਹੀਂ ਲਿਆਉਣੀ ਪੈਂਦੀ। ਸੋ ਇਹ ਗੁਰੂ ਨਾਨਕ ਅਕਾਲ ਪੁਰਖ ਮਹਾਰਾਜ ਜੀਆਂ ਦੇ ਪਰਮਾਤਮਾ ਦੇ ਘਰ ਦੇ ਵਚਨ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਡੱਡੂ ਸਰੋਵਰ ਦੇ ਵਿੱਚ, ਮਾਨ ਸਰੋਵਰ ਵਿੱਚ ਰਹਿ ਰਿਹਾ, ਪਰ ਇਹਨੂੰ ਕੋਈ ਭਾਅ ਨਹੀਂ, ਇਹਦੀ ਆਦਤ ਬਣ ਗਈ ਹੈ, ਸੁਭਾਅ ਬਣ ਗਿਆ ਹੈ। ਹੁਣ ਇਹ ਕੀੜੇ ਮਕੌੜੇ ਤੇ ਕਾਈ ਖਾ ਕੇ ਹੀ ਆਪਣਾ ਗੁਜ਼ਾਰਾ ਕਰੇਗਾ। ਭੌਰਾ ਦੂਰੋਂ ਆਇਆ, ਸੁਗੰਧੀ ਲੈ ਕੇ ਚਲਿਆ ਗਿਆ। ਇਹ ਡੱਡੂ ਨੂੰ ਇਸ ਫੁੱਲ ਦੇ ਸੁਗੰਧੀ ਦੇ ਨਾਲ ਕੋਈ ਮਤਲਬ ਨਹੀਂ ਹੈ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਹਰ ਇੱਕ ਮਨੁੱਖਤਾ ਨੂੰ ਇਹ ਸਮਝਾਉਣ ਦੇ ਯਤਨ ਕੀਤੇ ਨੇ। ਬੜੇ ਗਹਿਰੇ ਬਚਨ ਗੁਰੂ ਨਾਨਕ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਕੀਤੇ ਨੇ। ਜਿਨ੍ਹਾਂ ਘਰਾਂ ਦੇ ਵਿੱਚ ਜਪਜੀ ਸਾਹਿਬ ਦਾ ਪਾਠ, ਜਿਨ੍ਹਾਂ ਦੇਹਾਂ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਨਿਤ ਹੁੰਦਾ ਹੈ, ਤੋਂ ਵੱਡੇ ਭਾਗਾਂ ਵਾਲੇ ਉਹ ਜੀਵ ਨੇ ਜਿਨ੍ਹਾਂ ਦੇ ਘਰਾਂ ਵਿੱਚ ਗੁਰੂ ਨਾਨਕ ਮਹਾਰਾਜ ਜੀਆਂ ਦੀ ਗੁਰਬਾਣੀ ਦਾ ਨਿਤ ਸਿਮਰਨ ਹੁੰਦਾ ਹੈ, ਬੰਦਗੀ ਹੁੰਦੀ ਹੈ, ਨਿਤਨੇਮ ਹੁੰਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।